Hello everyone, welcome to Victor's Knowledge. This is Chinu Sharma and today we are going to discuss a very important topic from Punjab GK. So अपना आज ਦਾ टॉपिक है सिख एम्पायर ਤੇ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਸਿੱਖ ਰੂਲਰਸ ਦੀ ਸਟਾਰਟਿੰਗ ਫਰਮ ਦ ਫਾਊਂਡਰ ਮਹਾਰਾਜਾ ਰਣਜੀਤ ਸਿੰਘ ਜੀ 1799 ਤੋਂ ਲੈ ਕੇ 1849 ਜਦੋਂ ਤੱਕ ਬ੍ਰਿਟਿਸ਼ਰਸ ਨੇ ਅਨੈਕਸ ਕਰ ਲਿਆ ਸੀ ਸਾਰਾ ਉਦੋਂ ਤੱਕ 1849 ਤੱਕ ਆਪਾਂ ਪੂਰੀ ਡੀਟੇਲ ਡਿਸਕਸ਼ਨ ਕਰਾਂਗੇ ਤੇ ਇਹਦੇ ਵਿੱਚ ਆਪਾਂ ਮਿਸਲਸ ਬਾਰੇ ਪੜਾਂਗੇ ਤੇ ਕ੍ਰੋਨੋਲੋਜੀਕਲੀ ਆਰਡਰ ਵਾਈਜ਼ कौन आया फर्स्ट रूलर कौन सी सेकंड कौन सी दल खालसा बंदा सिंह बहादुर जी तो आप एक बैकग्राउंड तो लेके ब्रिटिशर्स तक पूरी डिटेल पढ़ांगे सिख एम्पायर दी so before starting with the topic I want to share something very important with you guys so Race Academy official एक ई प्लेटफॉर्म है इन्हां ने एक अपना मंथली मैगजीन कढ़िया सो जो मंथली मैगजीन है ਇਹਦਾ ਪ੍ਰਾਈਸ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਹੈ ਤੇ ਇਹਦੇ ਵਿੱਚ A to Z ਨੈਸ਼ਨਲ ਇੰਟਰਨੈਸ਼ਨਲ ਸਪੋਰਟਸ ਅਪਾਇੰਟਮੈਂਟ ਸਾਇੰਸ ਐਂਡ ਟੈਕਨੋਲੋਜੀ ਆਬਿਚੁਰੀਜ਼ ਹਰ ਤਰ੍ਹਾਂ ਦੀ ਪੂਰੀ ਡੀਟੇਲ ਡਿਸਕਸ਼ਨ ਕੀਤੀ ਹੋਈ ਹੈ ਕਰੰਟ ਅਫੇਅਰਸ ਦੀ ਤੇ ਨਾਲ ਹੀ ਜੇ ਤੁਸੀਂ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਚਾਹੇ ਬੈਂਕਿੰਗ ਨਾਲ ਰਿਲੇਟਡ ਹੈ ਜਾਂ ਕੋਈ ਪੰਜਾਬ ਸਿਵਲ ਸਰਵਿਸਿਜ਼ ਦਾ ਐਗਜ਼ਾਮ ਹੈ ਪਟਵਾਰੀ ਐਕਸਾਈਜ਼ ਟੈਕਸੇਸ਼ਨ ਇਹਨਾਂ ਦਾ ਜਿਹੜਾ ਮੈਗਜ਼ੀਨ ਹੈ ਇਹ ਵਨ ਸਟਾਪ ਸੋਲੂਸ਼ਨ ਹੈ ਤੁਹਾਡੀ ਹਰ ਤਰ੍ਹਾਂ ਦੇ ਕਰੰਟ ਅਫੇਅਰਸ ਨੂੰ ਲੈ ਕੇ ਤੇ ਜਿਹੜੀ ਕੰਪਾਈਲੇਸ਼ਨਸ ਕੀਤੀਆਂ ਜਾਂਦੀਆਂ ਨੇ ਉਹ ਜਿਹੜੇ ਆਪਣੇ ਮੇਜਰ ਸੋਰਸਸ ਨੇ BBC ਹੋ ਗਿਆ ਦ ਇਕਨੋਮਿਕ ਟਾਈਮਸ ਆਫ ਇੰਡੀਆ ਸੋ ਇਦਾਂ ਦੇ ਜਿਹੜੇ ਵਧੀਆ ਮੇਜਰ ਸੋਰਸਸ ਨੇ ਨਿਊਜ਼ ਦੇ ਉੱਥੋਂ ਇਹਨਾਂ ਦੀ ਸਾਰੀ ਕੰਪਾਈਲੇਸ਼ਨ ਹੁੰਦੀ ਹੈ ਤੇ ਬਹੁਤ ਹੀ ਜ਼ਿਆਦਾ ਰਿਲਾਇਬਲ ਮਟੀਰੀਅਲ ਪ੍ਰੋਵਾਈਡ ਕਰਦੇ ਨੇ ਸੋ ਪਲੀਜ਼ ਬਾਏ ਦਿਸ ਐਪ ਵਿਜ਼ਿਟ देयर ਐਪ ਤੇ ਉਸ ਐਪ ਦੇ ਵਿੱਚੋਂ ਤੁਸੀਂ ਮੈਗਜ਼ੀਨ ਨੂੰ ਬਾਏ ਕਰ ਸਕਦੇ ਹੋ ਤੇ ਨਾਲ ਹੀ ਤੁਹਾਨੂੰ ਉੱਥੇ ਬਹੁਤ ਸਾਰੇ ਹੋਰ ਕੋਰਸਸ ਦੀ ਵੀ ਡਿਟੇਲ ਮਿਲਦੀ ਹੈ So let's start with Sikh Empire's history background foundation. So ਜਿਹੜਾ Sikh Empire ਹੈ ਇਹ 1799 ਤੋਂ 1849 ਤੱਕ ਚੱਲਿਆ। So 1799 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਨੂੰ ਕੈਪਚਰ ਕੀਤਾ ਤੇ ਇਸੇ ਈਅਰ ਤੋਂ ਹੀ ਆਪਾਂ ਸਿੱਖ ਐਮਪਾਇਰ ਦੀ ਜਿਹੜੀ ਫਾਊਂਡੇਸ਼ਨ ਹੈ ਉਹਦੀ ਡੇਟ ਮੰਨਦੇ ਹਾਂ ਤੇ ਇਹ 1849 ਤੱਕ ਚੱਲੀ ਜਦੋਂ ਬ੍ਰਿਟਿਸ਼ਰਸ ਨੇ ਅਨੈਕਸ ਕਰ ਲਿਆ ਸੀ ਆਪਣੇ ਅੰਦਰ ਪੰਜਾਬ ਤੇ ਸਿੱਖ ਰੂਲ ਸੋ ਬੇਸਿਕਲੀ ਜਿਹੜਾ ਸਿੱਖ ਖਾਲਸਾ ਰੂਲ ਹੈ ਇੱਕ ਸਟੇਟ ਸੀ ਜਿਹੜੀ ਕਿ ਇੰਡੀਆ ਦਾ ਜਿਹੜਾ ਸਬ ਕੰਟੀਨੈਂਟ ਹੈ ਉਹਦੇ ਵਿੱਚ ਓਰੀਜਿਨੇਟ ਹੋਈ ਫਾਰਮ ਹੋਈ ਐਸਟੈਬਲਿਸ਼ ਹੋਈ ਤੇ ਕਿਹਦੀ ਲੀਡਰਸ਼ਿਪ ਦੇ ਅੰਦਰ ਆਈ ਸੋ ਸਿੱਖ ਖਾਲਸਾ ਰੂਲ ਮਹਾਰਾਜਾ ਰਣਜੀਤ ਸਿੰਘ ਦੀ ਲੀਡਰਸ਼ਿਪ ਦੇ ਅੰਦਰ ਸਟਾਰਟ ਹੋਈ ਇਹਨਾਂ ਨੇ ਪੰਜਾਬ ਦੇ ਵਿੱਚ ਇੱਕ ਪੂਰਾ ਐਮਪਾਇਰ ਤਿਆਰ ਕਰ ਲਿਆ ਸੋ ਐਮਪਾਇਰ ਦੀ ਸਟਾਰਟਿੰਗ ਕਿੱਥੋਂ ਹੋਈ ਲਾਹੌਰ ਤੋਂ ਜਿਹੜੀਆਂ ਫਾਊਂਡੇਸ਼ਨ ਨੇ ਸਿੱਖ ਐਮਪਾਇਰ ਦੀਆਂ ਇਹਦੀ ਨੀਂਹ ਹੈ ਇਹ ਆਪਾਂ 1707 ਵਿੱਚ ਦੇਖ ਸਕਦੇ ਹਾਂ ਜਦੋਂ ਔਰੰਗਜ਼ੇਬ ਦੀ ਡੈਥ ਹੋਈ ਮੁਗਲ ਐਮਪਾਇਰ ਦਾ ਡਾਊਨਫਾਲ ਸਟਾਰਟ ਹੋ ਗਿਆ ਸੋ ਜਦੋਂ ਜਿਹੜਾ ਮੁਗਲ ਸ਼ਾਸਕ ਸੀਗਾ ਉਹਦੀ ਡਾਊਨਫਾਲ ਸਟਾਰਟ ਹੋ ਗਈ ਤਾਂ ਉਹਦੇ ਨਾਲ ਕੀ ਹੋਇਆ ਜਿਹੜੀ ਸਿੱਖ ਆਰਮੀ ਸੀ ਜਿਹਨੂੰ ਆਪਾਂ ਦਲ ਖਾਲਸਾ ਕਹਿੰਦੇ ਆ ਸਿੱਖ ਆਰਮੀ ਨੂੰ ਆਪਾਂ ਦਲ ਖਾਲਸਾ ਕਹਿੰਦੇ ਆ ਸੋ ਇਹ ਜਿਹੜੀ ਖਾਲਸਾ ਪੰਥ ਹੈ ਆਪਾਂ ਨੂੰ ਪਤਾ ਹੈ ਕਿ ਇਹਦੀ ਸਥਾਪਨਾ 1699 ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ 1699 ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਤੇ 10th ਗੁਰੂ ਨੇ ਸਿੱਖੀਜ਼ਮ ਦੇ ਤੇ ਖਾਲਸਾ ਵਰਡ ਦਾ ਮਤਲਬ ਕੀ ਹੈ ਖਾਲਸਾ ਵਰਡ ਦਾ ਭਾਵ ਹੈ ਖਾਲਸਾ ਵਰਡ ਦਾ ਮਤਲਬ ਹੈ ਟੂ ਬੀ ਪਿਓਰ ਕਲੀਅਰ ਫ੍ਰੀ ਪਿਓਰ ਕਲੀਅਰ ਐਂਡ ਫ੍ਰੀ ਸੋ ਜਿਹੜੀ ਖਾਲਸਾ ਪੰਥ ਦੀ ਸਥਾਪਨਾ ਹੋਈ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੋ ਉਹਦੇ ਨਾਲ ਕੀ ਹੋਇਆ ਕਿ ਉਹਨਾਂ ਦੇ ਖਿਲਾਫ ਬਹੁਤ ਸਾਰੇ ਉਹਨਾਂ ਨੇ ਐਕਸਪੀਡੀਸ਼ਨਸ ਕੀਤੇ ਅਫਗਾਨੀਆਂ ਦੇ ਖਿਲਾਫ ਮੁਗਲਸ ਦੇ ਖਿਲਾਫ ਲੜਾਈਆਂ ਲੜੀਆਂ ਸੋ ਇਸੇ ਚੀਜ਼ ਤੋਂ ਹੀ ਇੱਕ ਸਿੱਖ ਆਰਮੀ ਇਮਰਜ ਹੋ ਗਈ ਦਲ ਖਾਲਸਾ ਉਹਦਾ ਨਾਮ ਸੀ ਤੇ ਜਿਹੜੀ ਇਹ ਆਰਮੀ ਸੀ ਇਹ ਬਾਅਦ ਵਿੱਚ ਬਹੁਤ ਸਾਰੀਆਂ ਛੋਟੇ-ਛੋਟੇ ਗਰੁੱਪਸ ਕਨਫੈਡਰੇਸੀਜ਼ ਬਣ ਗਈਆਂ ਸੈਮੀ ਇੰਡੀਪੈਂਡੈਂਟ ਮਿਸਲਸ ਕਹਿੰਦੇ ਆਪਾਂ ਜਿਨ੍ਹਾਂ ਨੂੰ ਤੇ ਆਪਾਂ ਦੀ ਡਿਟੇਲ ਦੇਖਾਂਗੇ ਕਿ ਕਿਹੜੀਆਂ ਮਿਸਲ ਸੀ ਤੇ ਉਹਨਾਂ ਦੇ ਫਾਊਂਡਰ ਕੌਣ ਸੀ ਸੋ ਇਸ ਟਾਈਮ ਆਪਾਂ ਨੇ ਸਿਰਫ ਇਹ ਯਾਦ ਰੱਖਣਾ ਹੈ ਕਿ ਜਿਹੜਾ ਸਿੱਖ ਐਮਪਾਇਰ ਹੈ ਉਹਦੀ ਸਥਾਪਨਾ ਉਹਦੇ ਫਾਊਂਡਰ ਕੌਣ ਨੇ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਤੇ ਇਹਦੀ ਆਪਾਂ ਸਟਾਰਟਿੰਗ ਕਿੱਥੋਂ ਦੇਖਦੇ ਹਾਂ ਖਾਲਸਾ ਪੰਥ ਦੀ ਸਥਾਪਨਾ ਤੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ 1699 ਤੋਂ
उस तो बाद सैकेंड नंबर ते कौन आया, दल खालसा सिख आर्मी। उस तो बाद आईयां मिसल्स। सो ये आपां ने सारा कुछ लाइन वाइज याद रखना है। ते मिसल्स तो बाद महाराजा रणजीत सिंह जी ते उन्हां दा सारा जिहड़ा एम्पायर चलिया। सो ये सी अपना बैकग्राउंड। ते होर एक इंपॉर्टेंट चीज़ है कि सिख एम्पायर इन्हां दा एंथम की है, देग तेग फतेह। सो देग तेग फतेह दा मतलब है विक्ट्री टू चैरिटी एंड आर्म्स। सो ये इंपॉर्टेंट आपां ने एंथम भी याद रखना। सो उस तो बाद द फॉर्मेशन ऑफ एम्पायर बिगैन, आपां ने पढ़ लिया कि जिहड़े स्थापना कदों हुई इस एम्पायर दी, स्टार्ट कदों होया, लाहौर नू कैप्चर करन तो बाद बाय महाराजा रणजीत सिंह। ते लाहौर किहदे तो कैप्चर किया, ये नाम बहुत ही ज़्यादा इंपॉर्टेंट है, बहुत बारी एग्जाम्स दे विच पूछा गया है। अफगान रूलर जमन शाह दुरानी। सो महाराजा रणजीत सिंह ने सिख रूल स्टार्ट करन दे लई ਜਿਹੜਾ ਲਾਹੌਰ ਕੈਪਚਰ ਕੀਤਾ ਉਹ ਜਮਨ ਸ਼ਾਹ ਦੁਰਾਨੀ ਤੋਂ ਕੀਤਾ ਤੇ ਇਹ ਇੱਕ ਅਫਗਾਨੀ ਰੂਲਰ ਸੀ। ਸੋ ਇਸ ਤੋਂ ਬਾਅਦ ਜਦੋਂ ਅਫਗਾਨੀਆਂ ਨੂੰ ਪੰਜਾਬ ਤੋਂ ਕੱਢਤਾ, ਅਫਗਾਨ ਸਿੱਖ ਵਾਰਸ ਹੋਈਆਂ, ਤਾਂ ਉਦੋਂ ਬਾਅਦ ਬਹੁਤ ਸਾਰੀਆਂ ਸਿੱਖ ਮਿਸਲਸ ਬਣ ਗਈਆਂ, ਅਲੱਗ-ਅਲੱਗ ਗਰੁੱਪਸ ਬਣ ਗਏ। ਰਣਜੀਤ ਸਿੰਘ ਵਾਸ ਪ੍ਰੋਕਲੇਮਡ ਐਟ ਮਹਾਰਾਜਾ ਆਫ ਪੰਜਾਬ। ਮਹਾਰਾਜਾ ਰਣਜੀਤ ਸਿੰਘ ਜੀ ਨੂੰ ਮਹਾਰਾਜਾ ਦਾ ਖਿਤਾਬ ਸੀ ਉਹ 12 ਅਪ੍ਰੈਲ 1801 ਨੂੰ ਮਿਲਿਆ। Sahib Singh Bedi, a descendant of Guru Nanak, conducted the coronation. This is very important name. Guru Nanak Dev Ji ਦੇ descendant ਸੀ ਸਾਹਿਬ ਸਿੰਘ ਬੇਦੀ ਜੀ, ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਮਹਾਰਾਜਾ ਦਾ ਖਿਤਾਬ ਦਿੱਤਾ, ਜਿਹੜੀ ਸਾਰੀ ਸੈਰੇਮਨੀ ਹੁੰਦੀ ਹੈ ਕੋਰੋਨੇਸ਼ਨ ਕਹਿੰਦੇ ਆ ਜਿਹਨੂੰ ਆਪਾਂ, ਉਹ ਸਾਰੀ ਕੰਡਕਟ ਕਰਵਾਈ। ਸੋ ਰਣਜੀਤ ਸਿੰਘ ਜੀ ਬਹੁਤ ਹੀ ਥੋੜੇ ਟਾਈਮ ਦੇ ਵਿੱਚ, ਬਹੁਤ ਹੀ ਸ਼ਾਰਟ ਪੀਰੀਅਡ ਦੇ ਵਿੱਚ ਪਾਵਰ ਦੇ ਵਿੱਚ ਆ ਗਏ ਸੀ। ਤੇ ਇੱਕ ਸਿੰਗਲ ਮਿਸਲ ਇਹਨਾਂ ਨੇ ਜਿੰਨੀਆਂ ਵੀ ਛੋਟੇ-ਛੋਟੇ ਮਿਸਲ ਸੀਗੀਆਂ ਉਹਨਾਂ ਨੂੰ ਯੂਨਾਈਟ ਕਰਕੇ, ਇਕੱਠਾ ਕਰਕੇ ਇੱਕ ਸਿੰਗਲ ਮਿਸਲ ਬਣਾਤੀ ਸੀ। ਹੀ ਬਿਗੈਨ ਟੂ, ਉਹਨਾਂ ਨੇ ਆਪਣੀ ਜਿਹੜੀ ਆਰਮੀ ਸੀ ਉਹਨੂੰ ਮਾਡਰਨਾਈਜ਼ ਕੀਤਾ, ਨਵੇਂ ਟ੍ਰੇਨਿੰਗ ਦੇ ਟੈਕਨੀਕਸ ਲੈ ਕੇ ਆਏ, ਨਵੀਂ ਆਰਟਿਲਰੀ ਵੈਪਨਸ ਲੈ ਕੇ ਆਏ। ਸੋ ਉਹਨਾਂ ਦੀ ਡੈਥ ਤੋਂ ਬਾਅਦ ਜਿਹੜਾ ਐम्पायर ਸੀ, ਸਿੱਖ ਰੂਲ ਸੀ, ਉਹ ਵੀਕ ਹੋਣ ਲੱਗ ਗਿਆ। ਇੰਟਰਨਲ ਡਿਵੀਜ਼ਨ ਸਟਾਰਟ ਹੋ ਗਿਆ, ਕਲੈਸ਼ਿਸ ਸਟਾਰਟ ਹੋ ਗਈਆਂ, ਜਿੰਨੇ ਵੀ ਉਹਨਾਂ ਦੇ ਅੱਗੇ ਸਕਸੈਸਰ ਸੀ ਉਹ ਸਾਰਿਆਂ ਦੇ ਵਿੱਚ ਪੋਲੀਟੀਕਲ ਮਿਸਮੈਨੇਜਮੈਂਟ ਆ ਗਈ, ਡਿਫਰੈਂਸਿਸ ਆ ਗਏ। ਸੋ ਫਾਈਨਲੀ 1849 ਦੇ ਵਿੱਚ ਜਦੋਂ ਐਂਗਲੋ ਸਿੱਖ ਵਾਰ ਦੇ ਵਿੱਚ ਬ੍ਰਿਟਿਸ਼ਰਸ ਤੇ ਜਿਹੜੀ ਸਿੱਖ ਦੀ ਆਪਸ ਦੇ ਵਿੱਚ ਲੜਾਈ ਹੋਈ ਸੀ, ਲਾਸਟ ਸੈਕਿੰਡ ਐਂਗਲੋ ਸਿੱਖ ਵਾਰ ਦੀ ਲਾਸਟ ਲੜਾਈ, ਉਹਦੇ ਵਿੱਚ ਜਦੋਂ ਸਿੱਖ ਬ੍ਰਿਟਿਸ਼ਰਸ ਨੇ ਡਿਫੀਟ ਕੀਤਾ ਤਾਂ ਜਿਹੜੀ ਸਟੇਟ ਸੀ, ਸਿੱਖ ਰੂਲ ਸੀ, ਐम्पायर ਸੀ ਪੰਜਾਬ ਦੇ ਵਿੱਚ, ਉਹ ਸਾਰਾ ਡਿਸੋਲਵ ਹੋ ਗਿਆ। ਤੇ ਹੁਣ ਆਪਾਂ ਦੇਖਦੇ ਹਾਂ ਵੀ ਸਿੱਖ ਐम्पायर ਕਿੰਨੀਆਂ ਪ੍ਰੋਵਿੰਸ ਦੇ ਵਿੱਚ ਡਿਵਾਈਡਡ ਸੀ। 1799 ਤੋਂ ਲੈ ਕੇ 1849 ਤੱਕ ਆਪਾਂ ਮੇਨ 4 ਨਾਮ ਯਾਦ ਰੱਖਣੇ ਨੇ ਕਿ 4 ਪ੍ਰੋਵਿੰਸ ਕਿਹੜੇ ਸੀ ਜਿਹਦੇ ਵਿੱਚ ਕਿ ਜਿਹੜਾ ਸਿੱਖ ਐम्पायर ਸੀ ਉਹ ਪੂਰਾ ਪਸਰਿਆ ਹੋਇਆ ਸੀ। ਸੋ ਪਹਿਲਾ ਨਾਮ ਆਉਂਦਾ ਲਾਹੌਰ, ਜਿਹੜਾ ਕਿ ਸਿੱਖ ਦੀ ਕੈਪੀਟਲ ਵੀ ਸੀ ਸਿੱਖ ਐम्पायर ਦੀ। ਦੂਜਾ ਆਉਂਦਾ ਮੁਲਤਾਨ, पेशावर, कश्मीर। सो ये 4 नाम आपां याद रखने ने। सो हुण आपां गल करांगे दल खालसा दी, जिन्हों आपां खालसा आर्मी, खालसा पार्टी भी कहने आ। सो 1716 तो 1799 दा जिहड़ा टाइम सी पंजाब दे लई बहुत ही ज़्यादा डिस्टर्ब टाइम सी, डिस्टर्ब पीरियड सी। द पीरियड वाज हाईली टर्बुलेंट टाइम, पॉलिटिकली भी ते मिलिटरीली भी। सो एक की कारण सी ਜਦੋਂ ਮੁਗਲ ਐम्पायर ਦੀ ਸਾਰੀ ਡਿਕਲਾਈਨ ਹੋ ਗਈ ਤਾਂ ਇੱਕ ਪਾਵਰ ਵੈਕਿਊਮ, ਮਤਲਬ ਕਿਸੇ ਦੇ ਕੋਲ ਵੀ ਪਾਵਰ ਨਹੀਂ ਸੀ, ਕਿਸੇ ਦੇ ਕੋਲ ਕੰਟਰੋਲ ਨਹੀਂ ਸੀ, ਸਟੇਟ ਦੇ ਵਿੱਚ ਪਤਾ ਹੀ ਨਹੀਂ ਕਿ ਕੀ ਚੱਲੀ ਜਾ ਰਿਹਾ ਸੀ। ਬਹੁਤ ਛੋਟੇ-ਛੋਟੇ ਅਲੱਗ-ਅਲੱਗ ਤਰ੍ਹਾਂ ਦੇ ਲੋਕ ਇਨਵੇਟ ਕਰਨ ਲੱਗ ਗਏ ਸੀ। ਸੋ ਪਹਿਲਾਂ ਆਪਾਂ ਨੂੰ ਪਤਾ ਕਿ ਅਫਗਾਨੀ ਰੂਲਰ ਸੀ, ਵਿੱਚ ਹੀ ਮੁਗਲ ਸੀ, ਦੈਨ ਹਿੰਦੂ ਹਿਲ ਰਾਜਾ ਸੀਗੇ ਜਿਹੜੇ ਸ਼ਿਵਾਲਿਕ ਹਿਲਸ ਦੇ ਉੱਤੇ ਸੀ। ਸੋ ਬਹੁਤ ਸਾਰੇ ਛੋਟੇ ਲੋਕਲ ਮੁਸਲਿਮਸ ਵੀ ਸੀਗੇ ਜਿਹੜੇ ਕਿ ਮੁਸਲਿਮ ਫੋਰਸਿਸ ਦੇ ਨਾਲ ਲੱਗੇ ਹੋਏ ਸੀ। ਸੋ ਇਸ ਤਰ੍ਹਾਂ ਦੇ ਨਾਲ ਇੱਕ ਸਟਰੋਂਗ ਐम्पायर ਨੂੰ ਕ੍ਰੀਏਟ ਕਰਨ ਦੇ ਲਈ, ਪੰਜਾਬ ਨੂੰ ਸਹੀ ਹੱਥਾਂ ਦੇ ਵਿੱਚ ਦੇਣ ਲਈ, ਸਹੀ ਹੱਥਾਂ ਚਲਾਉਣ ਦੇ ਲਈ ਜਿਹੜੀ ਦਲ ਖਾਲਸਾ ਹੈ ਉਹਨੇ ਇੱਕ ਆਪਣੀ ਆਰਮੀ ਸਟੈਬਲਿਸ਼ ਕਰ ਲਈ ਖਾਲਸਾ ਆਰਮੀ ਦੇ ਨਾਮ ਤੋਂ। ਦ ਸਿਕਸ ਆਫ ਦਲ ਖਾਲਸਾ ਇਵੈਂਚੁਅਲੀ ਫਾਰਮਡ, ਉਹਨਾਂ ਨੇ ਆਪਣੀ ਅਲੱਗ ਤੋਂ ਇੰਡੀਪੈਂਡੈਂਟ ਐਡਮਿਨਿਸਟ੍ਰੇਟਿਵ ਰੀਜਨ ਬਣਾ ਲਏ ਜਿਨ੍ਹਾਂ ਨੂੰ ਆਪਾਂ ਮਿਸਲਸ ਦਾ ਨਾਮ ਦਿੱਤਾ ਹੈ। ਸੋ ਜਿਹੜਾ ਮਿਸਲ ਹੈ ਇਹ ਇੱਕ ਅਰੈਬਿਕ परसों अरेबिक वर्ड तो आया जिसका मतलब है सिमिलर, मतलब कि सिमिलर काइंड दी, सिमिलर नेचर दी, सेम तरह दियां एक इंडिपेंडेंट रीजन तैयार कर ले ते वो रीजन्स दे हेड सी मिसलदार।
ਬਾਅਦ ਵਿੱਚ ਜਿੰਨੀਆਂ ਵੀ ਇੰਡੀਪੈਂਡੈਂਟ 12 ਦੇ ਅਰਾਊਂਡ ਮਿਸਲ ਸੀ ਇਹਨਾਂ ਨੂੰ ਇਕੱਠਾ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਸਟੇਟ ਖੜੀ ਕਰਤੀ ਪੰਜਾਬ ਦੀ, ਸਿੱਖ ਰੂਲ ਇਕੱਠਾ ਖੜਾ ਕਰਤਾ। ਸੋ ਦਲ ਖਾਲਸਾ ਦੇ ਫਾਊਂਡਰ ਕੌਣ ਸੀ? ਨਵਾਬ ਕਪੂਰ ਸਿੰਘ। ਤੇ ਪਹਿਲੇ ਜਥੇਦਾਰ ਪ੍ਰੈਜ਼ੀਡੈਂਟ ਕੌਣ ਸੀ? ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ। ਸੋ ਇਹ ਸੀ ਦਲ ਖਾਲਸਾ। ਹੁਣ ਆਪਾਂ ਦੇਖਦੇ ਹਾਂ ਕਿ ਦਲ ਖਾਲਸਾ ਬਣਨ ਤੋਂ ਬਾਅਦ ਜਿਹੜੀਆਂ ਮੇਨ ਸਿੱਖ ਮਿਸਲਸ ਆਈਆਂ ਤੇ ਉਹਨਾਂ ਦੇ ਫਾਊਂਡਰਸ ਦੇ ਕੀ ਨਾਮ ਸੀ। ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਚਾਹੇ ਉਹ ਪੰਜਾਬ PPSC ਦਾ ਐਗਜ਼ਾਮ ਹੈ, ਕੋਈ ਹੋਰ ਸਟੇਟ ਦਾ ਐਗਜ਼ਾਮ ਹੈ, ਲੋਕਲ ਲੈਵਲ ਦਾ, ਹਰ ਐਗਜ਼ਾਮ ਦੇ ਵਿੱਚ ਇੱਕ ਕੁਐਸਚਨ ਮਿਸਲਸ ਦੇ ਵਿੱਚੋਂ ਆਉਂਦਾ ਹੀ ਆਉਂਦਾ ਹੈ। ਜਿਵੇਂ ਪੰਜਾਬ ਕੋਆਪਰੇਟਿਵ ਸੁਸਾਇਟੀ ਦਾ ਪਹਿਲਾ ਪੇਪਰ ਹੋਇਆ ਸੀ, ਉਹਦੇ ਵਿੱਚ ਇਹ ਕੁਐਸਚਨ ਦੇਖਿਆ ਗਿਆ ਸੀ। ਸੋ ਤੁਸੀਂ ਇਹ ਬਾਏ ਹਾਰਟ ਯਾਦ ਕਰ ਲਓ, ਕ੍ਰੈਮ ਕਰ ਲਓ, ਰੱਟੇ ਲਾ ਲਓ ਕਿ ਕਿਹੜੀਆਂ ਮਿਸਲ ਸੀ ਤੇ ਉਹਨਾਂ ਦੇ ਫਾਊਂਡਰ ਕੌਣ ਸੀ। ਸੋ ਕਰੋੜ ਸਿੰਘਿਆ ਮਿਸਲ ਦੇ ਫਾਊਂਡਰ ਕਰੋੜ ਸਿੰਘ, ਨਿਸ਼ਾਨ ਵਾਲੀਆ, ਦਸੌਂਦਾ ਸਿੰਘ, ਸ਼ਹੀਦਾਂ ਦੀ ਬਾਬਾ ਦੀਪ ਸਿੰਘ, ਨਿਕਾਏ ਮਿਸਲ ਹੀਰਾ ਸਿੰਘ ਨਿਕਾਏ, ਦੱਲੇਵਾਲੀਆ ਗੁਲਾਬ ਸਿੰਘ ਦੱਲੇਵਾਲੀਆ, ਰਾਮਗੜੀਆ ਜੱਸਾ ਸਿੰਘ ਰਾਮਗੜੀਆ, ਫੁਲਕਿਆ ਮਿਸਲ ਚੌਧਰੀ ਫੂਲ, ਭੰਗੀ ਮਿਸਲ ਹਰੀ ਸਿੰਘ ਢਿੱਲੋਂ, ਆਲੂਵਾਲੀਆ ਜੱਸਾ ਸਿੰਘ ਆਲੂਵਾਲੀਆ, ਕਨਹਈਆ ਜੈ ਸਿੰਘ, ਸਿੰਘਪੁਰੀਆ ਜਾਂ ਜਿਹਨੂੰ ਫੈਜ਼ਪੁਰੀਆ ਵੀ ਕਹਿੰਦੇ ਆ, ਨਵਾਬ ਕਪੂਰ ਸਿੰਘ, ਦੈਨ ਸੁਕਰ ਚੱਕੀਆ। ਇਹ ਬਹੁਤ ਇੰਪੋਰਟੈਂਟ ਹੈ। ਬੁੱਧ ਸਿੰਘ, ਜਿਹੜੇ ਸੁਕਰ ਚੱਕੀਆ ਮਿਸਲ ਸੀ ਇਹ ਬੁੱਧ ਸਿੰਘ ਸੀ ਇਹਦੇ ਫਾਊਂਡਰ। ਬਹੁਤ ਵਾਰੀ ਬੱਚੇ ਦਾ ਆਨਸਰ ਮਹਾਰਾਜਾ ਰਣਜੀਤ ਸਿੰਘ ਟਿਕ ਕਰ ਆਉਂਦੇ ਨੇ। ਸੋ ਇਹਦੇ ਫਾਊਂਡਰ ਬੁੱਧ ਸਿੰਘ ਜੀ ਸੀ, ਇਹ ਆਪਾਂ ਨੇ ਯਾਦ ਰੱਖਣਾ। ਹੁਣ ਆਪਾਂ ਗੱਲ ਕਰਾਂਗੇ ਅਸਲੀ ਆਪਣੇ ਅੱਜ ਦੇ ਟੌਪਿਕ ਜਿੱਥੋਂ ਸ਼ੁਰੂ ਹੁੰਦਾ ਹੈ ਕਿ ਸਿੱਖ ਰੂਲ ਦੀ ਸਥਾਪਨਾ ਕਿਹਨੇ ਕੀਤੀ। ਸੋ ਸਿੱਖ ਰੂਲ ਦੇ ਜਿਹੜੇ ਫਾਊਂਡਰ ਸੀ, ਪਹਿਲੇ ਫਾਊਂਡਰ ਸੀ ਤੇ ਪਹਿਲੇ ਜਿਹੜੇ ਰੂਲਰ ਸੀ ਆਪਣੇ ਸਿੱਖ ਐਮਪਾਇਰ ਦੇ, ਉਹ ਸੀ ਮਹਾਰਾਜਾ ਰਣਜੀਤ ਸਿੰਘ ਜੀ। 13 ਨਵੰਬਰ 1780 ਵਿੱਚ ਦੀ ਫਾਊਂਡਰ ਆਫ ਸਿੱਖ ਐਮਪਾਇਰ ਮਹਾਰਾਜਾ ਰਣਜੀਤ ਸਿੰਘ, ਇਹਨਾਂ ਦਾ ਜਨਮ ਹੋਇਆ ਗੁਜਰਾਂਵਾਲਾ ਜਿਹੜਾ ਕਿ ਅੱਜ ਪਾਕਿਸਤਾਨ ਵਿੱਚ ਹੈ। ਤੇ ਇਹਨਾਂ ਨੂੰ ਸ਼ੇਰੇ ਪੰਜਾਬ ਦਾ ਖਿਤਾਬ ਦਿੱਤਾ ਜਾਂਦਾ ਸੀ, ਲਾਇਨ ਆਫ ਪੰਜਾਬ। ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਪੇਰੈਂਟਸ ਸੀ ਉਹ ਸੀ ਮਹਾ ਸਿੰਘ ਸ਼ੁਕਰ ਚੱਕੀਆ ਤੇ ਰਾਜ ਕੌਰ। ਜਿਹੜੇ ਇਹਨਾਂ ਦੇ ਫਾਦਰ ਸੀ ਉਹ ਸ਼ੁਕਰ ਚੱਕੀਆ ਮਿਸਲ ਦੇ ਚੀਫ ਸੀ। ਜਦੋਂ ਰਣਜੀਤ ਸਿੰਘ ਦਾ ਬਰਥ ਹੋਇਆ ਤਾਂ ਉਹਨਾਂ ਦਾ ਬਰਥ ਦੇ ਟਾਈਮ ਨਾਮ ਰੱਖਿਆ ਗਿਆ ਬੁੱਧ ਸਿੰਘ। ਤੇ ਉਹ ਐਜੂਕੇਟਡ ਨਹੀਂ ਸੀ, ਪਰ ਉਹਨਾਂ ਨੂੰ ਮਾਰਸ਼ਲ ਆਰਟ ਵਗੈਰਾ ਦੇ ਵਿੱਚ, ਹਾਰਸ ਰਾਈਡਿੰਗ, ਫਾਇਰ ਆਰਮਸ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਟ੍ਰੇਨਿੰਗ ਦਵਾਈ ਗਈ। ਤੇ ਉਹਨਾਂ ਨੇ 10 ਸਾਲ ਦੀ ਉਮਰ ਦੇ ਵਿੱਚ ਹੀ ਬਹੁਤ ਜ਼ਿਆਦਾ ਵਧੀਆ ਆਪਣੀ ਐਕਸਪਰਟੀਜ਼ ਦਿਖਾਈ, ਆਪਣਾ ਟੈਲੈਂਟ ਦਿਖਾਇਆ ਫਾਈਟਿੰਗ ਨੂੰ ਲੈ ਕੇ। ਤੇ ਇਸੇ ਦੇ ਕਰਕੇ ਉਹਨਾਂ ਦਾ ਨਾਮ ਰਣਜੀਤ ਰੱਖਤਾ, ਕਿਉਂਕਿ ਰਣਜੀਤ ਦਾ ਮਤਲਬ ਕੀ ਹੁੰਦਾ ਹੈ? ਵਿਕਟਰ ਇਨ ਬੈਟਲ, ਯੁੱਧ ਦੇ ਵਿੱਚ ਜਿੱਤਣ ਵਾਲਾ, ਜਿੱਤ ਹਾਸਿਲ ਕਰਨ ਵਾਲਾ। ਸੋ ਉਹਨਾਂ ਦੇ ਫਾਦਰ ਨੇ ਰੱਖਿਆ। ਸੋ ਉਸ ਤੋਂ ਬਾਅਦ he became the ruler of ਸ਼ੁਕਰ ਚੱਕੀਆ ਮਿਸਲ। ਇਸ ਮਿਸਲ ਨੂੰ ਉਸ ਤੋਂ ਬਾਅਦ ਉਹਨਾਂ ਨੇ ਚਲਾਇਆ ਆਪਣੀ ਫਾਦਰ ਦੀ ਡੈਥ ਤੋਂ ਬਾਅਦ 12 ਸਾਲ ਦੀ ਉਮਰ 'ਚ। ਸੋ ਉਸ ਤੋਂ ਬਾਅਦ ਕੀ ਹੋਇਆ, ਉਹਨਾਂ ਦੀ ਜਾਨ ਨੂੰ ਲੈ ਕੇ ਅਸੈਸੀਨੇਸ਼ਨ ਪਲਾਨ ਕੀਤੀ ਗਈ, ਉਹਨਾਂ ਦੀ ਲਾਈਫ ਨੂੰ ਲੈ ਕੇ, ਉਹਨਾਂ ਦੀ ਲਾਈਫ ਨੂੰ ਖਤਮ ਕਰਨ ਦੇ ਲਈ। ਹਸ਼ਮਤ ਖਾਨ ਨਾਮ ਦੇ ਇੱਕ ਅਟੈਕਰ ਨੇ। ਸੋ he survived an assassination, ਉਹ ਉਸ assassination ਤੋਂ ਬਚੇ ਜਿਹੜਾ ਉਹਨਾਂ ਦੀ ਜਾਨ ਨੂੰ ਖਤਰਾ ਹੋਇਆ। ਹਸ਼ਮਤ ਖਾਨ ਨੇ ਅਟੈਕ ਕੀਤਾ ਤੇ ਉਹਨਾਂ ਨੇ ਆਪਣਾ ਅਟੈਕਰ ਨੂੰ ਮਾਰਤਾ। Ranjit Singh was known for his valiant resistance toward Muslim invader. He gained fame and recognition. ਉਹਨਾਂ ਨੂੰ ਕਦੋਂ ਜ਼ਿਆਦਾ ਫੇਮ ਮਿਲੀ, ਪਪੂਲੈਰਿਟੀ ਮਿਲੀ? ਜਦੋਂ ਉਹਨਾਂ ਨੇ ਅਫਗਾਨ ਰੂਲਰ ਸ਼ਾਹ ਜ਼ਮਨ ਦੁਰਾਨੀ ਨੂੰ ਮਾਰਿਆ, ਜਿਨੇ ਕਿ ਪੰਜਾਬ ਦੇ ਵਿੱਚ ਅਨੈਕਸ ਕਰਨ ਦੀ ਕੋਸ਼ਿਸ਼ ਕੀਤੀ ਸੀ। ਸੋ ਜਿਹੜਾ ਸਿੱਖ ਐਮਪਾਇਰ 1799 to 1849 ਤੱਕ ਚੱਲਿਆ ਤੇ ਇਹ ਬਹੁਤ ਵੱਡਾ ਫੈਲ ਗਿਆ। At the empire's peak, it extended from Khyber Pass in west to western Tibet in east, from Kashmir in north to Mithankot in south. ਸੋ ਆਪਾਂ ਨੇ ਸਾਰਾ ਯਾਦ ਰੱਖਣਾ ਹੈ ਕਿ ਨਾਰਥ, ਸਾਊਥ, ਈਸਟ, ਵੈਸਟ ਕਿੱਥੇ ਤੱਕ ਰਣਜੀਤ ਸਿੰਘ ਜੀ ਦਾ ਜਿਹੜਾ ਸਿੱਖ ਐਮਪਾਇਰ ਸੀ ਉਹ ਫੈਲਿਆ। ਸੋ ਇਹ ਸਟਾਰਟ ਕਿੱਥੋਂ ਹੋਇਆ? ਸਟਾਰਟ ਹੋਇਆ 1799 ਵਿੱਚ, ਜਦੋਂ ਅਫਗਾਨੀਆਂ ਨੂੰ, ਜ਼ਮਨ ਸ਼ਾਹ ਨੂੰ ਮਾਰ ਕੇ ਰਣਜੀਤ ਸਿੰਘ ਨੇ ਲਾਹੌਰ ਨੂੰ ਅਨੈਕਸ ਕੀਤਾ। ਸੋ ਉਸ ਤੋਂ ਬਾਅਦ ਹੀ ਉਹਨਾਂ ਨੇ ਜਿੰਨੀਆਂ 12 ਮਿਸਲ ਸੀ ਦਲ ਖਾਲਸਾ ਤੋਂ ਬਾਅਦ ਜਿਹੜੀਆਂ ਇਸਟੈਬਲਿਸ਼ ਹੋਈਆਂ, ਉਹਨਾਂ ਨੂੰ ਇਕੱਠਾ ਕਰਕੇ ਇੱਕ ਰੀਜਨ ਤਿਆਰ ਕਰ ਲਿਆ, ਆਪਣੀ ਇੱਕ ਸਿੱਖ ਰੂਲ ਤਿਆਰ ਕਰ ਲਿਆ, ਸਿੱਖ ਐਮਪਾਇਰ ਦੀ ਸਥਾਪਨਾ ਹੋ ਗਈ। ਮੇਨ ਟਾਊਨ, ਮੇਨ ਜਗ੍ਹਾ ਕਿਹੜੀਆਂ ਸੀ, ਸਿਟੀਜ਼ ਕਿਹੜੀਆਂ ਸੀ ਰਣਜੀਤ ਸਿੰਘ ਦੇ ਐਮਪਾਇਰ ਦੇ ਵਿੱਚ? ਲਾਹੌਰ, ਅੰਮ੍ਰਿਤਸਰ, ਮੁਲਤਾਨ, ਪਿਸ਼ਾਵਰ, ਜੰਮੂ, ਸ਼੍ਰੀਨਗਰ, ਰਾਵਲਪਿੰਡੀ, ਸਿਆਲਕੋਟ। ਤੇ ਇਹਨਾਂ ਨੂੰ ਮਹਾਰਾਜਾ ਆਫ ਪੰਜਾਬ ਦਾ ਖਿਤਾਬ ਕਦੋਂ ਮਿਲਿਆ? 12 ਅਪ੍ਰੈਲ 1801 ਵਿੱਚ।
ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਆਰਮੀ ਸੀ ਉਹਨੂੰ ਖਾਲਸਾ ਆਰਮੀ ਕਿਹਾ ਜਾਂਦਾ ਸੀ ਤੇ ਉਹ ਬਹੁਤ ਹੀ ਜ਼ਿਆਦਾ ਮਾਡਰਨਾਈਜ਼ਡ ਟੈਕਨੀਕ ਦੇ ਨਾਲ ਉੱਥੇ ਟ੍ਰੇਨਿੰਗ ਦਿੱਤੀ ਜਾਂਦੀ ਸੀ। ਇਹਨਾਂ ਦੀ ਡੈਥ ਹੋਈ 1839 27 ਜੂਨ ਨੂੰ 58 ਇਅਰਸ ਦੀ ਏਜ ਵਿੱਚ ਲਾਹੌਰ ਦੇ ਵਿੱਚ, ਤੇ ਲਾਹੌਰ ਵਿੱਚ ਹੀ ਇਹਨਾਂ ਦੀ ਸਮਾਧੀ ਹੈ ਜੋ ਕਿ ਪਾਕਿਸਤਾਨ 'ਚ ਹੈ। ਕਾਫੀ ਵਾਰੀ ਇਹਨਾਂ ਦਾ ਵਿਆਹ ਹੋਇਆ, ਬਹੁਤ ਸਾਰੇ ਚਿਲਡਰਨ ਸੀ, ਤੇ ਇਹਨਾਂ ਨੂੰ ਸਕਸੀਡ ਕਿਹਨੇ ਕੀਤਾ? ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜਿਹੜਾ ਸੈਕਿੰਡ ਰੂਲਰ ਆਇਆ ਸਿੱਖ ਐਮਪਾਇਰ ਦਾ ਉਹ ਸੀ ਉਹਨਾਂ ਦਾ ਬੇਟਾ ਸਨ ਖੜਕ ਸਿੰਘ। ਸੋ ਖੜਕ ਸਿੰਘ ਸੈਕਿੰਡ ਮਹਾਰਾਜਾ ਸੀ ਸਿੱਖ ਐਮਪਾਇਰ ਦੇ। ਜਦੋਂ ਵੀ ਤੁਸੀਂ ਇਸ ਟੌਪਿਕ ਨੂੰ ਪੜ੍ਹਨਾ ਹੈ, ਸਿੱਖ ਰੂਲ ਨੂੰ ਪੜ੍ਹਨਾ ਹੈ, ਸਿੱਖ ਰੂਲਰਸ ਨੂੰ ਪੜ੍ਹਨਾ ਹੈ, ਤਾਂ ਤੁਸੀਂ ਕ੍ਰੋਨੋਲੋਜੀਕਲੀ ਆਰਡਰ ਵਾਈਜ਼ ਕਿ ਪਹਿਲਾ ਫਾਊਂਡਰ ਕੌਣ ਸੀ, ਦੈਨ ਸੈਕਿੰਡ ਰੂਲਰ ਕੌਣ ਸੀ, ਥਰਡ ਮਹਾਰਾਜਾ ਕੌਣ ਸੀ, ਸੋ ਇਸ ਤਰੀਕੇ ਦੇ ਨਾਲ ਜੋ ਤੁਸੀਂ ਪੜ੍ਹੋਗੇ ਤੁਹਾਡੇ ਦਿਮਾਗ ਦੇ ਵਿੱਚ ਇੱਕ ਪੂਰੀ ਦੀ ਪੂਰੀ ਕਹਾਣੀ ਤਿਆਰ ਹੋ ਜੂ। ਸੋ ਤੁਹਾਨੂੰ ਫੈਕਟਸ ਨੂੰ ਰੱਟੇ ਲਾਉਣ ਦੀ ਲੋੜ ਨਹੀਂ ਪੈਣੀ, ਆਪਣੇ ਆਪ ਤੁਹਾਡੇ ਦਿਮਾਗ 'ਚ ਲਾਈਨ ਵਾਈਜ਼ ਚੱਲਦੇ ਰਹਿਣਗੇ। ਸੋ ਇਹ ਪਹਿਲੇ ਲੈਜੀਟੀਮੇਟ ਸਨ ਸੀ ਰਣਜੀਤ ਸਿੰਘ ਦੇ, ਜੋ ਕਿ ਫਾਊਂਡਰ ਨੇ ਸਿੱਖ ਐਮਪਾਇਰ ਦੇ, ਤੇ ਇਹਨਾਂ ਨੇ ਆਪਣੇ ਫਾਦਰ ਨੂੰ ਉਹਨਾਂ ਦੀ ਡੈਥ ਦੇ ਉੱਤੇ ਸਕਸੀਡ ਕੀਤਾ, ਤੇ ਇਹਨਾਂ ਦਾ ਜਿਹੜਾ ਐਮਪਾਇਰ ਸੀ ਉਹ ਸਿਰਫ ਥੋੜੇ ਟਾਈਮ ਲਈ ਚੱਲਿਆ 8 ਅਕਤੂਬਰ 1839। 1812 ਦੇ ਵਿੱਚ ਜਦੋਂ ਇਹ 11 ਸਾਲ ਦੀ ਉਮਰ ਦੇ ਸੀ ਖੜਕ ਸਿੰਘ, ਤਾਂ ਇਹਨਾਂ ਦਾ ਵਿਆਹ ਚੰਦ ਕੌਰ ਨਾਮ ਦੀ ਇੱਕ ਫੀਮੇਲ ਦੇ ਨਾਲ ਹੋਇਆ। ਇਹ ਸਰਦਾਰ ਜੈਮਲ ਸਿੰਘ ਜੀ ਦੀ ਬੇਟੀ ਸੀ। ਜੈਮਲ ਸਿੰਘ ਜੀ ਕੌਣ ਸੀ? ਕਨ੍ਹਈਆ ਮਿਸਲ ਦੇ ਚੀਫ। ਤੇ ਇਹਨਾਂ ਦਾ ਬੇਟਾ ਚੰਦ ਕੌਰ ਤੇ ਖੜਕ ਸਿੰਘ ਦਾ ਬੇਟਾ ਸੀ ਨੌ ਨਿਹਾਲ ਸਿੰਘ। ਸੋ ਆਪਾਂ ਨੇ ਯਾਦ ਰੱਖਣਾ ਹੈ ਕਿ ਖੜਕ ਸਿੰਘ ਤੇ ਚੰਦ ਕੌਰ ਦਾ ਬੇਟਾ ਸੀ ਨੌ ਨਿਹਾਲ ਸਿੰਘ। ਸੋ ਇਸੇ ਤਰ੍ਹਾਂ ਨਾਲ ਤੁਸੀਂ ਨਾਲ ਦੇ ਨਾਲ ਟੌਪਿਕ ਦੇ ਜਦੋਂ ਨੋਟਸ ਤਿਆਰ ਕਰਦੇ ਹੋ ਤਾਂ ਇੱਕ ਪੁਆਇੰਟਰਸ ਦੇ ਵਿੱਚ ਤੁਸੀਂ ਡਾਇਗਰਾਮੈਟਿਕਲੀ ਚੀਜ਼ਾਂ ਨੂੰ ਲਿਖ ਲਓ, ਜਿਹਦੇ ਨਾਲ ਤੁਸੀਂ ਚੀਜ਼ਾਂ ਨੂੰ ਈਜ਼ੀਲੀ ਰਿਲੇਟ ਕਰ ਪਾਓ। ਸੋ 1821 ਦੇ ਵਿੱਚ ਨੌ ਨਿਹਾਲ ਸਿੰਘ ਜੀ ਦਾ ਬਰਥ ਹੋਇਆ। ਖੜਕ ਰਿਸੀਵਡ ਦ ਪ੍ਰਿੰਸੀਪੈਲਿਟੀ ਆਫ ਜੰਮੂ। ਇਹਨਾਂ ਨੂੰ ਜਗੀਰ ਦੇ ਤੌਰ ਤੇ ਜੰਮੂ ਦੀ ਪ੍ਰਿੰਸੀਪੈਲਿਟੀ ਮਿਲੀ ਸੀ 1812 ਦੇ ਵਿੱਚ। ਇਨ 1818 ਮਿਸਰ ਦੀਵਾਨ ਚੰਦ ਦੇ ਨਾਲ ਇਹਨਾਂ ਨੇ ਜਿਹੜਾ ਅਫਗਾਨੀ ਰੂਲਰ ਸੀ ਮੁਲਤਾਨ ਨਵਾਬ ਮੁਜ਼ੱਫਰ ਖਾਨ, ਇਹਨੂੰ ਬੈਟਲ ਆਫ ਮੁਲਤਾਨ ਦੇ ਵਿੱਚ ਹਰਾਇਆ। ਸੋ ਇੰਪੋਰਟੈਂਟ ਹੈ, ਬੈਟਲ ਆਫ ਮੁਲਤਾਨ 1818 ਦੇ ਵਿੱਚ ਹੋਈ। ਇਹ ਖੜਕ ਸਿੰਘ ਵਰਸਸ ਮੁਲਤਾਨ ਨਵਾਬ ਮੁਜ਼ੱਫਰ ਖਾਨ। ਸੋ ਇਹਦੇ ਵਿੱਚ ਕੌਣ ਜਿੱਤਿਆ? ਖੜਕ ਸਿੰਘ। ਤੇ ਇਹਨਾਂ ਦੇ ਨਾਲ ਕੌਣ ਸੀ? ਮਿਸਰ ਦੀਵਾਨ ਚੰਦ। ਉਸ ਤੋਂ ਬਾਅਦ ਹੈ ਥਰਡ ਮਹਾਰਾਜਾ ਆਫ ਸਿੱਖ ਐਮਪਾਇਰ ਨੌ ਨਿਹਾਲ ਸਿੰਘ। ਸੋ ਇਹਨਾਂ ਦਾ ਜਿਹੜਾ ਜਨਮ ਹੈ ਉਹ ਹੋਇਆ 9 ਮਾਰਚ 1821 ਤੇ ਇਹਨਾਂ ਦੀ ਡੈਥ ਹੋਈ 5 ਨਵੰਬਰ 1840। ਜਿਸ ਦਿਨ ਇਹਨਾਂ ਦੇ ਫਾਦਰ ਖੜਕ ਸਿੰਘ ਦੀ ਡੈਥ ਹੋਈ ਉਸੇ ਦਿਨ ਇਹਨਾਂ ਦੀ ਡੈਥ ਹੋਈ। ਇਹ ਬਹੁਤ ਹੀ ਇੰਪੋਰਟੈਂਟ ਫੈਕਟ ਆਪਾਂ ਨੇ ਯਾਦ ਰੱਖਣਾ। ਸੋ ਜਦੋਂ ਇਹ 19 ਸਾਲ ਦੀ ਉਮਰ ਦੇ ਸੀ ਤਾਂ ਇਹਨਾਂ ਦੇ ਫਾਦਰ ਦੀ ਡੈਥ ਹੋ ਗਈ, ਤੇ ਆਪਣੇ ਫਾਦਰ ਦੀ ਜੋ ਕਿ ਇਹ ਕਿਹਦੇ ਬੇਟੇ ਸੀ? ਮਹਾਰਾਣੀ ਚੰਦ ਕੌਰ ਤੇ ਮਹਾਰਾਜਾ ਖੜਕ ਸਿੰਘ ਦੇ। ਜਦੋਂ ਆਪਣੇ ਫਾਦਰ ਦੇ ਲਾਸਟ ਰਾਈਟਸ, ਉਹਨਾਂ ਸੰਸਕਾਰ ਵਗੈਰਾ ਜਿੰਨੇ ਵੀ ਸੈਰੇਮਨੀਜ਼ ਹੁੰਦੀਆਂ ਨੇ ਉਹ ਪਰਫਾਰਮ ਕਰਕੇ ਆਪਣੇ ਪੈਲਸ ਦੇ ਵਿੱਚ ਆ ਰਹੇ ਸੀ, ਤਾਂ ਜਦੋਂ ਹਜ਼ੂਰੀ ਬਾਗ ਪਹੁੰਚੇ ਉੱਥੋਂ ਜਿਹੜਾ ਦਰਵਾਜ਼ਾ ਸੀ ਜਿਹਦੇ ਵਿੱਚੋਂ ਨਿਕਲ ਰਹੇ ਸੀ ਆਪਣੇ ਸਾਥੀਆਂ ਦੇ ਨਾਲ, ਤਾਂ ਇੱਕ ਬਹੁਤ ਵੱਡਾ ਪੱਥਰ ਉਹਨਾਂ ਦੇ ਉੱਤੇ ਆ ਕੇ ਗਿਰਿਆ, ਤੇ ਉਹਨਾਂ ਦਾ ਜਿਹੜਾ ਇੱਕ ਕੰਪੈਨੀਅਨ ਸੀ ਊਧਮ ਸਿੰਘ, ਜਿਹੜਾ ਕਿ ਧਿਆਨ ਸਿੰਘ ਦਾ ਨੈਫਿਊ ਸੀ, ਉਹਨੇ ਇਹਨਾਂ ਦੀ ਗਰਦਨ ਨੂੰ ਤੋੜਿਆ ਤੇ ਉਹਨਾਂ ਦੀ ਉਸੇ ਟਾਈਮ ਡੈਥ ਹੋ ਗਈ। ਸੋ ਇਸ ਤਰ੍ਹਾਂ ਨਾਲ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਕੌਨਸਪੀਰੇਸੀ ਛੜਯੰਤਰ ਰਚਿਆ ਜਾ ਰਿਹਾ ਸੀ ਗੱਦੀ ਲੈਣ ਦੇ ਲਈ। ਸੋ ਧਿਆਨ ਸਿੰਘ, ਇਹ ਕੌਣ ਸੀ? ਧਿਆਨ ਸਿੰਘ ਡੋਗਰਾ। ਸਭ ਤੋਂ ਜ਼ਿਆਦਾ ਲੰਬੇ ਸਮੇਂ ਦੇ ਲਈ ਇਹਨਾਂ ਨੇ ਸਿੱਖ ਐਮਪਾਇਰ ਦੇ ਵਿੱਚ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਕੰਮ ਕੀਤਾ। ਰਾਜਾ ਧਿਆਨ ਸਿੰਘ 1796 to 1843 longest serving PM of Sikh Empire। ਇਹ ਨੇਮ ਬਹੁਤ ਇੰਪੋਰਟੈਂਟ ਹੈ, ਕਾਫੀ ਵਾਰੀ ਐਗਜ਼ਾਮ ਦੇ ਵਿੱਚ ਆਇਆ। ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਉਹਨਾਂ ਦੇ ਅੱਗੇ ਵਾਲੇ 4 ਸਕਸੈਸਰ ਤੱਕ ਇਹੀ ਪ੍ਰਾਈਮ ਮਿਨਿਸਟਰ ਰਹੇ, ਤੇ ਇਹਨਾਂ ਨੇ 25 ਸਾਲ ਤੱਕ ਜਿਹੜਾ ਆਫਿਸ ਸੀ ਪ੍ਰਾਈਮ ਮਿਨਿਸਟਰ ਦਾ ਉਹ ਸੰਭਾਲਿਆ। 1818 ਤੋਂ ਲੈ ਕੇ 1843 ਡੈਥ ਤੱਕ। ਧਿਆਨ ਸਿੰਘ ਵਾਸ ਅ ਬ੍ਰਦਰ। ਇਹ ਰਾਜਾ ਗੁਲਾਬ ਸੀ ਜਿਹੜੇ ਜੰਮੂ ਦੇ, ਉਹਨਾਂ ਦੇ ਭਾਈ ਸੀ, ਜਿਨ੍ਹਾਂ ਨੇ ਬਾਅਦ ਵਿੱਚੋਂ ਰਾਜਾ ਗੁਲਾਬ ਸਿੰਘ ਨੇ ਡੋਗਰਾ ਡਾਇਨੈਸਟੀ ਦੀ ਫਾਊਂਡੇਸ਼ਨ ਰੱਖੀ ਸੀ। ਸੋ ਇੱਕ ਹੋਰ ਇਹਨਾਂ ਦੇ ਬ੍ਰਦਰ ਸੀ, ਇੱਕ ਤਾਂ ਹੋ ਗਏ ਰਾਜਾ ਗੁਲਾਬ ਸਿੰਘ, ਇੱਕ ਹੋ ਗਏ ਧਿਆਨ ਸਿੰਘ ਡੋਗਰਾ, ਤੇ ਇੱਕ ਸੀ ਸੁਚੇਤ ਸਿੰਘ। ਜਿਹੜੇ 3 ਬ੍ਰਦਰ ਸੀ ਇਹਨਾਂ ਨੂੰ ਇਕੱਠੇ ਤਿੰਨਾਂ ਨੂੰ ਡੋਗਰਾ ਬ੍ਰਦਰਸ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਸਿੱਖ ਐਮਪਾਇਰ ਦੇ ਵਿੱਚ। ਡੋਗਰਾ ਕੀ ਹੈ? ਇਹਨਾਂ ਦੀ ਐਥਨੀਸਿਟੀ ਸੀ, ਤੇ ਇਹਨਾਂ ਨੂੰ ਉਸੇ ਨਾਮ ਤੋਂ ਇੱਕ ਟਾਈਟਲ ਦਿੱਤਾ ਗਿਆ ਸੀ, ਟੈਗ ਦਿੱਤਾ ਗਿਆ ਸੀ। ਸੋ ਜਦੋਂ ਖੜਕ ਸਿੰਘ ਦੀ ਕੋਰੋਨੇਸ਼ਨ ਹੋਈ
1 ਸਤੰਬਰ 1839 ਜਦੋਂ ਉਹਨਾਂ ਨੂੰ ਗੱਦੀ ਮਿਲੀ। ਜਿਹੜਾ ਧਿਆਨ ਸੀ ਉਹਨੇ ਇੱਕ ਕੂਪ ਲਾਂਚ ਕਰਤਾ 8 ਅਕਤੂਬਰ 1839 ਦੇ ਵਿੱਚ। ਤੇ ਜਿਹੜੇ ਮਹਾਰਾਜਾ ਦੇ ਫੇਵਰੇਟ ਕੋਰਟੀਅਰ ਸੀ, ਸਾਥੀ ਸੀ ਉਹਨਾਂ ਦੇ, ਜਦੋਂ ਬਹੁਤ ਜ਼ਿਆਦਾ ਸਲਾਹ ਵਗੈਰਾ ਵੀ ਲੈਂਦੇ ਸੀ, ਚੇਤ ਸਿੰਘ ਬਾਜਵਾ ਜੀ, ਉਹਨਾਂ ਦੀ ਡੈਥ ਕੀਤੀ, ਉਹਨਾਂ ਨੂੰ ਅਸੈਸੀਨੇਟ ਕੀਤਾ। ਸੋ ਉਰੋਂ ਹੀ ਉਹਨਾਂ ਦੀ ਜਦੋਂ ਖੜਕ ਸਿੰਘ ਨੂੰ ਮਹਾਰਾਜਾ ਦੀ ਗੱਦੀ ਮਿਲੀ ਉਸੇ ਟਾਈਮ ਤੋਂ ਹੀ ਇਹਨਾਂ ਨੇ ਇੱਕ ਛੜਯੰਤਰ ਰਚਨਾ ਸ਼ੁਰੂ ਕਰਤਾ ਤੇ ਉਹਨਾਂ ਨੇ ਚੇਤ ਸਿੰਘ ਬਾਜਵਾ ਨੂੰ ਮਾਰ ਕੇ ਖੜਕ ਸਿੰਘ ਨੂੰ ਜੇਲ੍ਹ ਕਰ ਲਿਆ, ਉਹਨਾਂ ਨੂੰ ਬੰਦੀ ਬਣਾ ਲਿਆ। ਬਾਅਦ ਵਿੱਚੋਂ ਜਿਹੜੇ ਸਲੋ ਪੋਇਜ਼ਨਿੰਗ ਆਫ ਲੈਡ ਤੇ ਮਰਕਰੀ ਕਰਕੇ ਜਿਨ੍ਹਾਂ ਦੀ ਡੈਥ ਹੋ ਗਈ। ਸੋ ਧਿਆਨ ਸਿੰਘ ਡੋਗਰਾ ਨੇ ਇੱਕ ਅਫਵਾਹ ਫੈਲਾਤੀ ਕਿ ਜਿਹੜੇ ਐਮਪਰਰ ਹੈ ਉਹ ਬ੍ਰਿਟਿਸ਼ਰਸ, ਉਹ ਅੰਗਰੇਜ਼ਾਂ ਨਾਲ ਰਲ ਕੇ ਸਿੱਖ ਐਮਪਾਇਰ ਅੰਗਰੇਜ਼ਾਂ ਨੂੰ ਵੇਚਣ ਲੱਗੇ ਸੀ। ਸੋ ਤੁਸੀਂ ਦੇਖ ਸਕਦੇ ਹੋ ਕਿ ਇੱਕ ਲਾਲਚ ਦੇ ਅੰਦਰ ਗੱਦੀ ਲੈਣ ਲਈ ਸਿੱਖ ਐਮਪਾਇਰ ਦੀ ਕਿਸ ਤਰ੍ਹਾਂ ਦੇ ਨਾਲ ਧਿਆਨ ਸਿੰਘ ਡੋਗਰਾ ਨੇ ਪਹਿਲਾਂ ਖੜਕ ਸਿੰਘ ਨੂੰ ਮਾਰਨ ਲਈ ਉਹਨਾਂ ਦੇ ਕੰਪੈਨੀਅਨ ਚੇਤ ਸਿੰਘ ਬਾਜਵਾ ਨੂੰ ਅਸੈਸੀਨੇਟ ਕੀਤਾ, ਫਿਰ ਖੜਕ ਸਿੰਘ ਨੂੰ, ਉਸ ਤੋਂ ਬਾਅਦ ਉਹਨਾਂ ਦੇ ਬੇਟੇ ਨੌ ਨਿਹਾਲ ਸਿੰਘ ਨੂੰ ਵੀ ਉਹਨਾਂ ਨੇ ਜਾਣ ਕੇ ਅਸੈਸੀਨੇਟ ਕੀਤਾ। ਸੋ ਹੁਣ ਆਉਂਦੇ ਨੇ ਚੰਦ ਕੌਰ। ਚੰਦ ਕੌਰ ਕੌਣ ਹੈ? ਖੜਕ ਸਿੰਘ ਜੀ ਦੀ ਵਾਈਫ ਤੇ ਨੌ ਨਿਹਾਲ ਸਿੰਘ ਜੀ ਦੀ ਮਦਰ। ਤੇ ਇਹ ਮਹਾਰਾਣੀ, ਇਹਨਾਂ ਨੂੰ ਮਹਾਰਾਣੀ ਦਾ ਟਾਈਟਲ ਮਿਲਿਆ ਸਿੱਖ ਐਮਪਾਇਰ ਦੀ। ਆਫਟਰ ਦ ਡੈਥ ਆਫ ਬੋਥ ਹਸਬੈਂਡ ਖੜਕ ਸਿੰਘ ਐਂਡ ਓਨਲੀ ਸਨ ਨੌ ਨਿਹਾਲ ਸਿੰਘ, ਜਦੋਂ ਇਹਨਾਂ ਦੇ ਹਸਬੈਂਡ ਦੀ ਡੈਥ ਹੋਈ ਤੇ ਸਨ ਦੀ ਡੈਥ ਹੋ ਗਈ, ਜਿਹੜੇ ਕਿ ਉਹਨਾਂ ਦੇ ਇਕਲੌਤੇ ਸਨ ਸੀ, ਤਾਂ ਇਹਨਾਂ ਨੇ ਆਪਣੇ ਆਪ ਨੂੰ ਰੀਜੈਂਟ ਦੇ ਤੌਰ ਤੇ ਡਿਕਲੇਅਰ ਕਰਤਾ ਕਿ ਮੈਂ ਜਿਹੜਾ ਨੌ ਨਿਹਾਲ ਸਿੰਘ ਦਾ, ਉਹਨਾਂ ਦੀ ਜਿਹੜੀ ਵਾਈਫ ਸੀ ਸਾਹਿਬ ਕੌਰ, ਨੌ ਨਿਹਾਲ ਸਿੰਘ ਦੀ ਵਾਈਫ ਸੀ ਸਾਹਿਬ ਕੌਰ ਵਿਡੋ ਉਹਨਾਂ ਦੀ ਡੈਥ ਤੋਂ ਬਾਅਦ, ਸੋ ਉਹ ਪ੍ਰੈਗਨੈਂਟ ਸੀ। ਹਜੇ ਜਿਹੜਾ ਉਹਨਾਂ ਦਾ ਅਨਬੋਰਨ ਚਾਈਲਡ ਸੀ, ਉਹਨਾਂ ਨੇ ਕਿਹਾ ਕਿ ਜਦੋਂ ਅਨਬੋਰਨ ਚਾਈਲਡ ਬੋਰਨ ਹੋ ਗਿਆ, ਪੈਦਾ ਹੋ ਗਿਆ, ਉਸ ਤੋਂ ਬਾਅਦ ਮੈਂ ਉਸਨੂੰ ਸੰਭਾਲ ਦੂੰਗੀ, ਸਾਰਾ ਦਾ ਸਾਰਾ ਜਿੰਨਾ ਵੀ ਸ਼ਾਸਕ ਹੈ, ਬਟ ਜਦੋਂ ਤੱਕ ਉਹ ਅਨਬੋਰਨ ਹੈ, ਹਜੇ ਸਾਹਿਬ ਕੌਰ ਨੇ ਜਨਮ ਨਹੀਂ ਦਿੱਤਾ, ਉਦੋਂ ਤੱਕ ਮੈਂ ਹੀ ਰੀਜੈਂਟ ਹਾਂ। So she pointed out that Naunihal's widow Sahib Kaur was pregnant and might give birth to rightful successor. She abandoned her claim when Sahib Kaur delivered stillborn son and rival Sher Singh led a successful assault of Lahore. She was later murdered by her servants. So ਉਹਨਾਂ ਨੇ ਆਪਣਾ ਜਿਹੜਾ claim ਸੀਗਾ, ਜਦੋਂ ਪੈਦਾ ਹੋ ਗਿਆ ਸਾਹਿਬ ਕੌਰ ਜੀ ਦਾ ਬੇਟਾ, ਉਦੋਂ ਉਹਨਾਂ ਨੇ ਆਪਣਾ claim ਛੱਡਤਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਸਰਵੈਂਟਸ ਨੇ ਹੀ ਮਰਡਰ ਕਰਤਾ 1842 ਦੇ ਵਿੱਚ। ਦੈਨ ਆਉਂਦੇ ਨੇ ਸ਼ੇਰ ਸਿੰਘ, ਇਹ ਫੋਰਥ ਮਹਾਰਾਜਾ ਨੇ ਸਿੱਖ ਐਮਪਾਇਰ ਦੇ। ਸ਼ੇਰ ਸਿੰਘ ਮਹਾਰਾਜਾ ਰਣਜੀਤ ਸਿੰਘ ਤੇ ਮਹਾਰਾਣੀ ਮਹਿਤਾਬ ਕੌਰ ਦੇ ਬੇਟੇ ਸੀ। ਰਣਜੀਤ ਸਿੰਘ ਦੇ ਲੈਜੀਟੀਮੇਟ ਸਨ ਸੀ ਤੇ ਇਹਨਾਂ ਨੇ ਰੀਨ ਆਪਣਾ ਬਿਗਿਨ ਕੀਤਾ 18 ਜਨਵਰੀ 1840 following his assault on Lahore which ended the brief regency of ਚੰਦ ਕੌਰ। ਸੋ ਇਹ ਚੰਦ ਕੌਰ ਦੇ ਰਾਈਵਲ ਸੀ, ਦੁਸ਼ਮਣ ਸੀ, ਤੇ ਇਹਨਾਂ ਨੇ ਜਿਹੜਾ ਉਹਨਾਂ ਦਾ ਲਾਹੌਰ ਦੇ ਵਿੱਚ ਅਸੌਲਟ ਕਰਕੇ ਜਿਹੜਾ ਉਹਨਾਂ ਦਾ ਸਾਰਾ ਰਾਜ ਸੀ ਉਹਨੂੰ ਆਪਣੇ ਅੰਦਰ ਹੜਪ ਲਿਆ, ਲੈ ਲਿਆ। ਸੋ ਇਹਨਾਂ ਨੇ ਜਿਹੜੇ ਚੰਦ ਕੌਰ ਦਾ ਥੋੜੇ ਸਮੇਂ ਦਾ ਹੀ ਰੀਜੈਂਸੀ ਸੀਗਾ ਉਹਨੂੰ ਖਤਮ ਕਰਤਾ। ਬਾਅਦ ਵਿੱਚ ਇਹਨਾਂ ਨੂੰ ਅਸੈਸੀਨੇਟ ਕਿਹਨੇ ਕੀਤਾ, ਕਿਹਨੇ ਮਾਰਿਆ, ਕਨਸਪੀਰੇਸੀ ਰਚੀ ਇਹਨਾਂ ਨੂੰ ਮਾਰਨ ਦੀ ਅਜੀਤ ਸਿੰਘ ਸੰਧਾਵਾਲੀਆ ਨੇ। ਸੋ ਆਪਣੇ ਨਾਮ ਯਾਦ ਰੱਖਣਾ ਹੈ ਕਿ who assassinated Sher Singh, fourth Maharaja of Sikh Empire, Ajit Singh Sandhawalia. Then comes Duleep Singh. Duleep Singh बहुत ही famous, popular महाराजा रह चुके ने। So महाराजा Sir Duleep Singh, ਇਹਨਾਂ ਨੂੰ ਆਪਾਂ Sir ਵੀ ਟਾਈਟਲ ਦਿੰਦੇ ਹਾਂ। ਔਰ Sir Duleep Singh ਬਾਅਦ ਵਿੱਚ ਇਹਨਾਂ ਦਾ ਨਿਕਨੇਮ ਰੱਖ ਦਿੱਤਾ ਗਿਆ ਸੀ Black Prince of Perthshire। ਸੋ ਇਹ ਬਹੁਤ ਹੀ ਜ਼ਿਆਦਾ ਮੋਸਟ ਇੰਪੋਰਟੈਂਟ ਆਫਟਰ ਰਣਜੀਤ ਸਿੰਘ ਜੇ ਆਪਾਂ ਨੇ ਸਭ ਤੋਂ ਜ਼ਿਆਦਾ ਕਿਸੇ ਉੱਤੇ ਫੋਕਸ ਕਰਨਾ ਹੈ ਰੂਲਰ ਤੇ, ਉਹਨੇ ਦਲੀਪ ਸਿੰਘ ਜੀ। ਸੋ ਇਹ ਟਾਈਟਲ ਵੀ ਯਾਦ ਰੱਖਣੇ ਨੇ। ਇਹ ਲਾਸਟ ਮਹਾਰਾਜਾ ਸੀ ਸਿੱਖ ਐਮਪਾਇਰ ਦੇ। ਹੀ ਵਾਸ ਮਹਾਰਾਜਾ ਰਣਜੀਤ ਸਿੰਘ, ਸਭ ਤੋਂ ਛੋਟੇ ਸਨ ਸੀ ਮਹਾਰਾਜਾ ਰਣਜੀਤ ਸਿੰਘ ਐਂਡ ਓਨਲੀ ਚਾਈਲਡ ਆਫ ਮਹਾਰਾਣੀ ਜਿੰਦ ਕੌਰ। ਸੋ ਮਹਾਰਾਜਾ ਰਣਜੀਤ ਸਿੰਘ ਤੇ ਜਿੰਦ ਕੌਰ ਜੀ ਦੇ ਬੇਟੇ ਸੀ ਦਲੀਪ ਸਿੰਘ। ਹੀ ਵਾਸ ਪਲੇਸਡ ਇਨ ਪਾਵਰ, ਇਹਨਾਂ ਨੂੰ ਪਾਵਰ ਮਿਲੀ 1843 ਜਦੋਂ ਸਿਰਫ 5 ਸਾਲ ਦੀ ਉਮਰ ਦੇ ਸੀ। ਆਫਟਰ ਦ ਡਿਫੀਟ ਇਨ ਸਿੱਖ ਐਂਗਲੋ ਵਾਰ ਅੰਡਰ British resident. He was subsequently deposed by British Crown. Thereafter ਇਹ ਬਾਅਦ ਵਿੱਚ ਬ੍ਰਿਟੇਨ ਚਲੇ ਗਏ ਸੀ ਜਦੋਂ 15 ਸਾਲ ਦੇ ਸੀ, ਜਿੱਥੇ ਉਹ befriended by Queen Victoria ਤੇ ਉਹਨਾਂ ਨੇ ਮੰਨਿਆ ਜਾਂਦਾ ਹੈ ਕਿ ਕੁਈਨ ਵਿਕਟੋਰੀਆ ਨੇ ਪੰਜਾਬੀ ਮਹਾਰਾਜ ਦੇ ਬਾਰੇ ਬਹੁਤ ਬਿਊਟੀਫੁਲੀ ਉਹਨਾਂ ਦੀ ਪਰਸਨੈਲਿਟੀ ਨੂੰ
ਹਾਈਲਾਈਟ ਕਰਨ ਦੇ ਲਈ, ਡਿਪਿਕਟ ਕਰਨ ਦੇ ਲਈ ਇੱਕ ਲਾਈਨ ਬੋਲੀ ਸੀ that those eyes and those teeth are too beautiful. The queen was godmother. Queen ਬਹੁਤ ਸਾਰੇ ਬੱਚਿਆਂ ਦੇ ਲਈ godmother ਦੀ ਤਰ੍ਹਾਂ ਸੀ, ਬਹੁਤ ਜ਼ਿਆਦਾ ਵਧੀਆ ਨੇਚਰ ਦੀ ਸੀ। ਤੇ ਮਹਾਰਾਜਾ ਦਲੀਪ ਸਿੰਘ ਜੀ ਬਹੁਤ ਛੋਟੀ ਉਮਰ ਵਿੱਚ ਇਹਨਾਂ ਦੀ ਡੈਥ ਹੋ ਗਈ ਸੀ ਤੇ ਇਹਨਾਂ ਨੇ ਮੋਸਟਲੀ ਆਪਣੇ ਫਾਈਨਲ ਇਅਰਸ ਯੂਕੇ ਬ੍ਰਿਟੇਨ ਦੇ ਵਿੱਚ ਹੀ ਬਿਤਾਏ ਸੀ। ਸੋ ਲਾਸਟ ਵਿੱਚ ਆਪਾਂ ਹੁਣ ਗੱਲ ਕਰਾਂਗੇ ਮਹਾਰਾਣੀ ਜਿੰਦ ਕੌਰ ਦੀ, ਜਿਨ੍ਹਾਂ ਨੂੰ ਪਪੂਲਰਲੀ ਪਿਆਰ ਦੇ ਨਾਲ ਉਹਨਾਂ ਦੀ ਬਿਊਟੀ ਨੂੰ ਦੇਖ ਕੇ, એનર્ਜੀ ਸਟਰੈਂਥ ਨੂੰ ਦੇਖ ਕੇ ਰਾਣੀ ਜਿੰਦਾਂ ਦਾ ਵੀ ਨਾਮ ਦਿੱਤਾ ਗਿਆ ਸੀ। ਸੋ ਇਹ ਜਿਹੜੇ ਪਹਿਲੇ ਮਹਾਰਾਜਾ ਸੀ ਸਿੱਖ ਐਮਪਾਇਰ ਦੇ, ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਦੀ ਯੰਗੈਸਟ ਵਾਈਫ ਸੀ ਤੇ ਮਹਾਰਾਜਾ ਸਰ ਦੁਲੀਪ ਸਿੰਘ ਜੀ ਦੀ ਮਦਰ ਸੀ। ਤੇ ਬ੍ਰਿਟਿਸ਼ਰਸ ਇਹਨਾਂ ਨੂੰ ਮਿਸੈਲਿਨਾ ਆਫ ਦ ਪੰਜਾਬ ਵੀ ਕਹਿੰਦੇ ਸੀ। ਸੋ ਇਹ ਬਹੁਤ ਇੰਪੋਰਟੈਂਟ ਨਾਮ ਹੈ। ਇਹਨਾਂ ਦੇ ਉੱਤੇ ਇੱਕ ਬਹੁਤ ਪਪੂਲਰ ਬੁੱਕ ਹੈ ਦ ਲਾਸਟ ਕੁਈਨ ਨਾਮ ਦੀ। ਸੋ ਇਹ ਬੁੱਕ ਦੀ ਆਥਰ ਕੌਣ ਹੈ? ਚਿਤਰਾ ਬੈਨਰਜੀ ਦਿਵਾਕਰੁਣੀ। ਇਹ ਤੁਸੀਂ ਬੁੱਕ ਦਾ ਨਾਮ ਪੱਕਾ ਯਾਦ ਰੱਖਣਾ ਕਿਉਂਕਿ ਬਹੁਤ ਜ਼ਿਆਦਾ ਮੋਸਟ ਐਕਸਪੈਕਟਿਡ ਕੁਐਸਚਨ ਹੈ ਰਿਲੇਟਡ ਟੂ ਮਹਾਰਾਣੀ ਜਿੰਦ ਕੌਰ, ਜੋ ਐਗਜ਼ਾਮਸ ਦੇ ਵਿੱਚ ਆ ਸਕਦਾ ਹੈ। ਸੋ ਹੁਣ ਆਪਾਂ ਨੇ ਸਾਰੇ ਰੂਲਰਸ ਦੇਖ ਲਏ ਬੈਕਗਰਾਉਂਡ ਤੋਂ ਲੈ ਕੇ, ਗੁਰੂ ਗੋਬਿੰਦ ਸਿੰਘ ਜੀ ਖਾਲਸਾ ਪੰਥ ਤੋਂ ਲੈ ਕੇ, ਦੈਨ ਆਪਾਂ ਗੱਲ ਕੀਤੀ ਔਰੰਗਜ਼ੇਬ, ਬੰਦਾ ਸਿੰਘ ਬਹਾਦਰ ਜੀ, ਫਿਰ ਦਲ ਖਾਲਸਾ, 12 ਮਿਸਲਸ ਬਾਰੇ। ਦੈਨ we started from the Sikh ruler Maharaja Ranjit Singh ji and ended with Maharani Jind Kaur। So ਉਸ ਤੋਂ ਬਾਅਦ ਕੁਝ ਜਦੋਂ ਸਿੱਖ ਐਮਪਾਇਰ ਖਤਮ ਹੋਇਆ, ਪੰਜਾਬ ਬ੍ਰਿਟਿਸ਼ਰਸ ਨੇ ਅਨੈਕਸ ਕੀਤਾ, ਤਾਂ ਦੋ ਮੇਨ ਐਂਗਲੋ ਸਿੱਖ ਵਾਰਸ ਦੀ ਆਪਾਂ ਗੱਲ ਕਰਦੇ ਹਾਂ। ਪਹਿਲੀ ਐਂਗਲੋ ਸਿੱਖ ਵਾਰ ਦੇ ਅੰਦਰ 5 ਲੜਾਈਆਂ ਆਉਂਦੀਆਂ ਨੇ, ਦੂਜੀ ਦੇ ਅੰਦਰ 4 ਆਉਂਦੀਆਂ ਨੇ। ਸੋ ਆਪਾਂ ਨੂੰ ਇਹ ਕੀ ਯਾਦ ਰੱਖਣਾ ਹੈ ਕਿ ਕਿਹੜੀ ਲੜਾਈ ਦੇ ਵਿੱਚ ਬ੍ਰਿਟਿਸ਼ਰਸ ਜਿੱਤੇ, ਸਭ ਤੋਂ ਮੇਨ ਚੀਜ਼ ਆਪਾਂ ਨੇ ਇਹ ਯਾਦ ਰੱਖਣੀ ਹੈ, ਤੇ ਕੌਣ ਸਿੱਖ ਨੂੰ ਹੈਡ ਕਰ ਰਿਹਾ ਸੀ, ਕੌਣ ਬ੍ਰਿਟਿਸ਼ ਆਰਮੀ ਨੂੰ ਹੈਡ ਕਰ ਰਿਹਾ ਸੀ। ਸੋ ਪਹਿਲੀ ਆਉਂਦੀ ਹੈ ਬੈਟਲ ਆਫ ਮੁੜਕੀ, ਲਾਲ ਸਿੰਘ, ਸਰ ਹਿਊਗੋ ਤੇ ਬ੍ਰਿਟਿਸ਼ਰਸ ਇਹਦੇ ਵਿੱਚ ਜਿੱਤੇ ਸੀ। ਸੋ ਉਰੇ ਹੁਣ ਮੈਂ ਤੁਹਾਨੂੰ ਸਾਰੀਆਂ ਬੋਲ ਕੇ ਨਹੀਂ ਦੱਸੂਗੀ। ਯੂ ਕੈਨ ਈਦਰ ਟੇਕ ਸਕਰੀਨਸ਼ਾਟ ਔਰ ਅਵੇਲ PDF, ਜਿਹਦੇ ਨਾਲ ਤੁਸੀਂ ਖੁਦ ਇਹਨੂੰ ਚੰਗੀ ਤਰ੍ਹਾਂ ਕ੍ਰੈਮ ਕਰ ਸਕਦੇ ਹੋ ਕਿਉਂਕਿ ਇਹਦੇ ਵਿੱਚ ਸਮਝਣ ਵਾਲੀ ਕੋਈ ਗੱਲ ਨਹੀਂ ਹੈ। ਬਸ ਆਪਾਂ ਹੁਣ ਦੇਖ ਲੈਂਦੇ ਹਾਂ ਕਿ ਲੜਾਈਆਂ ਕਿਹੜੀਆਂ ਸੀ। ਬੈਟਲ ਆਫ ਮੁੜਕੀ, ਉਸ ਤੋਂ ਬਾਅਦ ਬੈਟਲ ਆਫ ਫਿਰੋਜ਼ ਸ਼ਹਿਰ, ਬੱਦੋਵਾਲ, ਆਲੀਵਾਲ, ਸਬਰਾਉਂ। ਜਦੋਂ ਵੀ ਤੁਸੀਂ ਇਹਨਾਂ ਨੂੰ ਯਾਦ ਰੱਖਣਾ ਹੈ, ਤੁਸੀਂ ਇਹਨਾਂ ਨੂੰ ਲਾਈਨ ਵਾਈਜ਼ ਹੀ ਯਾਦ ਰੱਖਣਾ ਹੈ ਕਿ ਪਹਿਲਾਂ ਕਿਹੜੀ ਹੋਈ, ਫੇਰ ਕਿਹੜੀ ਹੋਈ ਤੇ ਕਿਹੜੀ ਲੜਾਈ ਦੇ ਵਿੱਚ ਸਿੱਖ ਜਿੱਤੇ। ਸਿੱਖ ਜਿੱਤੇ ਬੈਟਲ ਆਫ ਬੱਦੋਵਾਲ ਦੇ ਵਿੱਚ। ਸੋ ਫਰਸਟ ਐਂਗਲੋ ਸਿੱਖ ਵਾਰ ਦੇ ਵਿੱਚ ਸਭ ਤੋਂ ਇੰਪੋਰਟੈਂਟ ਬੈਟਲ ਹੈ ਬੈਟਲ ਆਫ ਬੱਦੋਵਾਲ। ਇਹ ਹੋਈ ਸੀ 21 ਜਨਵਰੀ 1846। ਰਣਜੋਤ ਸਿੰਘ ਮਜੀਠੀਆ ਨੇ ਸਿੱਖ ਆਰਮੀ ਨੂੰ ਹੈਡ ਕੀਤਾ ਤੇ ਬ੍ਰਿਟਿਸ਼ਰਸ ਦੇ ਵੱਲੋਂ ਸਰ ਹੈਨਰੀ ਸਮਿਥ ਨੇ। ਹੁਣ ਆਉਂਦੀ ਹੈ ਸੈਕਿੰਡ ਐਂਗਲੋ ਸਿੱਖ ਵਾਰ। ਇਹਦੇ ਅੰਦਰ 4 ਲੜਾਈਆਂ ਨੇ। ਸਟਾਰਟ ਹੋਈ ਸੀ ਬੈਟਲ ਆਫ ਰਾਮਨਗਰ ਤੋਂ, ਫਿਰ ਚਿੱਲਿਆਂਵਾਲਾ, ਮੁਲਤਾਨ, ਗੁਜਰਾਤ। ਬੈਟਲ ਆਫ ਗੁਜਰਾਤ, ਇਹਨੂੰ ਆਪਾਂ ਗਨਸ ਦੀ ਬੈਟਲ ਵੀ ਕਹਿੰਦੇ ਆ। ਤੇ ਪਹਿਲੀਆਂ 2 ਦੇ ਵਿੱਚ ਸਿੱਖ ਜਿੱਤੇ। ਸ਼ੇਰ ਸਿੰਘ ਅਟਾਰੀ ਵਾਲਾ ਦੋਨੋਂ ਲੜਾਈਆਂ ਨੂੰ ਹੈਡ ਕਰ ਰਹੇ ਸੀ ਤੇ ਦੋਨੋਂ ਦੇ ਵਿੱਚ ਹੀ ਕਿਹਦੇ ਅਗੇਂਸਟ ਸੀ? ਵਰਸਸ ਸਰ ਹਿਊਗੋ। ਸੋ ਸਿੱਖ ਫੋਰਸਿਸ ਵਨ। ਇੱਕ ਹੋਈ 22 ਨਵੰਬਰ 1848, ਦੂਜੀ ਹੋਈ ਥੋੜੇ ਸਮੇਂ ਬਾਅਦ 13 ਜਨਵਰੀ ਨੂੰ। ਸੋ ਇਹ 2 ਬੈਟਲਸ ਵੀ ਆਪਾਂ ਯਾਦ ਰੱਖਣੀਆਂ ਨੇ। ਤੇ ਐਂਡ ਕਿਹੜੀ ਬੈਟਲ ਦੇ ਨਾਲ ਹੋਇਆ? ਸਿੱਖ ਐਮਪਾਇਰ ਦਾ। ਇਹ ਬਹੁਤ ਵਾਰੀ ਐਗਜ਼ਾਮਸ ਪੁੱਛੀ ਗਈ ਹੈ। that was Battle of Gujarat fought on 21st February 1849। ਤੇ ਸਿੱਖ ਕੌਣ ਸੀ ਇਹਦੇ ਵਿੱਚ ਜਿਹੜੇ ਮੇਨ ਹੈਡ ਕਰ ਰਹੇ ਸੀ ਆਰਮੀ ਨੂੰ? ਸ਼ੇਰ ਸਿੰਘ ਅਟਾਰੀ ਵਾਲਾ ਤੇ ਛਤਰ ਸਿੰਘ। ਹਿਊਗੋ ਸਰ ਇਹ ਸੀਗੇ ਬ੍ਰਿਟਿਸ਼ਰਸ ਨੂੰ ਮੇਨ ਹੈਡ ਕਰ ਰਹੇ। ਸੋ ਆਪਾਂ ਨੇ ਯਾਦ ਰੱਖਣਾ। ਸੋ ਦਿਸ ਵਾਸ ਆਲ ਅਬਾਊਟ our today's lecture। I hope ਤੁਹਾਨੂੰ ਬਹੁਤ ਚੰਗੀ ਤਰ੍ਹਾਂ ਸਾਰਾ ਸਮਝ ਆ ਗਿਆ ਹੋਊਗਾ ਸਿੱਖ ਰੂਲਰ। ਤੇ ਇਹ ਤੁਸੀਂ ਹਰ ਐਗਜ਼ਾਮ ਦੇ ਲਈ ਪੜ੍ਹ ਕੇ ਜਾਣਾ ਹੈ because this is very important for Punjab PPSC civil services examination, for Punjab ਪਟਵਾਰੀ, excise taxation, ਜਿੰਨੇ ਵੀ SSSB ਬੋਰਡ ਆਉਣ ਵਾਲੇ 1-2 ਮੰਥ ਵਿੱਚ ਐਗਜ਼ਾਮਸ ਕੰਡਕਟ ਕਰਨ ਵਾਲੀ ਹੈ, ਉਹਨਾਂ ਸਾਰਿਆਂ ਦੇ ਵਿੱਚ ਤੁਸੀਂ ਇਹ ਟੌਪਿਕ ਪੱਕਾ ਪੜ੍ਹ ਕੇ ਜਾਣਾ ਤੇ ਇਹਨੂੰ ਤੁਸੀਂ chronologically ਹੀ ਯਾਦ ਰੱਖਣਾ। And please keep supporting my channel. Do like, share and subscribe. Thank you so much and good luck.